Hello viewers, I am Rajendra Kumar and you are watching your own channel Gateway to English। ਤੁਹਾਡਾ ਮੈਂ ਇਸ ਚੈਨਲ ਤੇ ਹਾਰਦਿਕ ਸਵਾਗਤ ਕਰਦਾ ਹਾਂ। ਸੋ ਡੀਅਰ ਫਰੈਂਡਸ, ਬੜੀ ਖੁਸ਼ੀ ਵਾਲੀ ਖਬਰ ਹੈ ਕਿ ਪੰਜਾਬ ਪੁਲਿਸ ਦੀ ਜੋ ਭਰਤੀ ਆਈ ਹੋਈ ਹੈ ਉਸ ਦੇ ਸਿਲੇਬਸ ਦੇ ਵਿੱਚ ਇੱਕ ਬਹੁਤ ਅਹਿਮ ਟੌਪਿਕ ਹੈ ਟ੍ਰਾਂਸਲੇਸ਼ਨ। ਬਹੁਤ ਅਹਿਮ ਟੌਪਿਕ ਹੈ। ਅਸੀਂ ਆਪਣੇ ਜਿਹੜੇ ਮਤਲਬ 2010 ਤੋਂ 2018 ਤੱਕ ਦੇ ਜਿੰਨੇ ਵੀ PCS ਮੇਨਸ ਦੇ ਐਗਜ਼ਾਮ ਹੋਏ ਨੇ ਉਹਨਾਂ ਦੇ ਵਿੱਚ ਜਿਹੜੀ ਟ੍ਰਾਂਸਲੇਸ਼ਨ ਹੈ, ਟ੍ਰਾਂਸਲੇਸ਼ਨ ਐਂਡ ਰੀਟ੍ਰਾਂਸਲੇਸ਼ਨ, ਪੰਜਾਬੀ ਟੂ ਇੰਗਲਿਸ਼ ਤੇ ਇੰਗਲਿਸ਼ ਟੂ ਪੰਜਾਬੀ ਜਿਹੜੀ ਟ੍ਰਾਂਸਲੇਸ਼ਨ ਹੈ ਇਹ ਆਉਂਦੀ ਹੈ। ਤੇ ਪੰਜਾਬ ਪੁਲਿਸ ਦਾ ਜਿਹੜਾ ਆਪਣਾ ਐਗਜ਼ਾਮ ਹੋਊਗਾ ਉਸ ਦੀ ਇੰਗਲਿਸ਼ PSSB ਦੇ ਨਾਲ ਘੱਟ ਮੇਲ ਖਾਂਦੀ ਹੈ ਤੇ ਜਿਹੜਾ ਆਪਣਾ PCS ਮੇਨਸ ਦਾ ਹੈ ਉਸ ਨਾਲ ਵੱਧ ਮੇਲ ਖਾਂਦੀ ਹੈਗੀ ਇਹ। ਠੀਕ ਹੈ, ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹ ਟ੍ਰਾਂਸਲੇਸ਼ਨ ਤੁਹਾਨੂੰ ਜੇ ਸਮਝ ਆਵੇ। ਅਸੀਂ ਆਪਣਾ ਇੱਕ ਮਤਲਬ ਸਪੈਸ਼ਲ ਕੰਟੈਂਟ ਤਿਆਰ ਕੀਤਾ ਹੈਗਾ ਸਾਰੇ ਹੀ ਐਸਪੀਰੈਂਟਸ ਲਈ, ਜਿੰਨੇ ਵੀ ਪੰਜਾਬ ਪੁਲਿਸ ਦੀ ਭਰਤੀ ਦੀ ਤਿਆਰੀ ਕਰ ਰਹੇ ਨੇ ਸਾਰਿਆਂ ਲਈ ਇਹ ਬਹੁਤ ਹੀ ਬੈਨੀਫੀਸ਼ੀਅਲ ਹੋਊਗਾ। ਵੈਸੇ ਤਾਂ ਹਰੇਕ ਵਿਦਿਆਰਥੀ ਲਈ ਜੋ ਵੀ ਇੰਗਲਿਸ਼ ਜੋ ਹੈ ਸਿੱਖਣਾ ਚਾਹੁੰਦਾ ਹੈ ਜਾਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ, ਹਰੇਕ ਲਈ ਇਹ ਬਹੁਤ ਇੰਪੋਰਟੈਂਟ ਟੌਪਿਕ ਹੋਣ ਜਾ ਰਿਹਾ ਹੈ, ਬਹੁਤ ਇੰਪੋਰਟੈਂਟ ਹੈ। ਸੋ ਇਸ ਦੀ ਆਪਾਂ ਇਸ ਦੇ ਵਿੱਚ ਨਾ ਸਿਰਫ ਟੈਂਸ ਬੇਸਡ ਜੋ ਵਾਕ ਆਪਾਂ ਕਵਰ ਕਰਾਂਗੇ ਬਲਕਿ ਟੈਂਸਿਸ ਤੋਂ ਬਾਹਰ ਬਹੁਤ ਸਾਰੇ ਇਸ ਤਰ੍ਹਾਂ ਦੇ ਸਟਰਕਚਰਸ ਨੇ ਸੈਂਟੈਂਸਿਸ ਦੇ ਜੋ ਕਿ ਆਪਾਂ ਨੂੰ ਆਮ ਤੌਰ ਤੇ ਉਹ ਦੇਖਣ ਨੂੰ ਨਹੀਂ ਮਿਲਦੇ, ਆਪਾਂ ਉਹਨਾਂ ਦੇ ਟੱਚ ਦੇ ਵਿੱਚ ਨਹੀਂ ਆਉਂਦੇ ਤੇ ਇਸ ਕਰਕੇ ਆਪਣੀ ਜਿਹੜੇ ਹੈ ਐਗਜ਼ਾਮ ਦੇ ਵਿੱਚ ਆਪਾਂ ਸਕੋਰ ਨਹੀਂ ਕਰ ਪਾਉਂਦੇ, ਆਪਾਂ ਨੂੰ ਸਮਝ ਨਹੀਂ ਆਉਂਦੀ ਕਿ ਟ੍ਰਾਂਸਲੇਸ਼ਨ ਇਸ ਦੀ ਕਿਵੇਂ ਹੋਏਗੀ। ਸੋ ਇਹ ਬਿਲਕੁਲ ਤੁਹਾਡੇ ਲਈ ਸੁਨਹਿਰੀ ਮੌਕਾ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੋ ਹੈ ਵਧਾਈ ਵੀ ਦਿੰਦਾ ਹਾਂ ਜਿਨ੍ਹਾਂ ਨੇ ਪੰਜਾਬ ਪੁਲਿਸ ਲਈ ਜੋ ਹੈ ਅਪਲਾਈ ਕੀਤਾ ਹੋਇਆ ਤੇ ਉਹ ਪੇਪਰ ਦੇ ਵਿੱਚ ਅਪੀਅਰ ਹੋਣ ਜਾ ਰਹੇ ਨੇ। ਪਰਮਾਤਮਾ ਕਰੇ ਤੁਸੀਂ ਆਪਣੇ ਇਸ ਟਾਰਗੇਟ ਨੂੰ ਅਚੀਵ ਕਰਨ ਦੇ ਵਿੱਚ ਸਫਲ ਹੋਵੋ ਤੇ ਪਰਮਾਤਮਾ ਅੱਗੇ ਇਹੀ ਦੁਆ ਹੈ ਤੇ ਬਾਕੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੋਏਗੀ, ਪੂਰੀ ਸਪੋਰਟ ਤੁਹਾਨੂੰ ਅਸੀਂ ਕਰਾਂਗੇ ਇਸ ਟੌਪਿਕ ਦੇ ਮਾਮਲੇ ਦੇ ਵਿੱਚ। ਸਪੈਸ਼ਲ ਸੀਰੀਜ਼ ਹੈ, ਇਸ ਦੀ ਪਲੇਲਿਸਟ ਅਲੱਗ ਬਣੇਗੀ, ਟ੍ਰਾਂਸਲੇਸ਼ਨ ਦੇ ਨਾਂ ਤੇ ਪਲੇਲਿਸਟ ਆਪਣੇ ਚੈਨਲ ਗੇਟਵੇ ਟੂ ਇੰਗਲਿਸ਼ ਤੇ ਜੋ ਹੈ ਬਣਾਈ ਜਾਏਗੀ। ਇਸ ਤੋਂ ਬਿਨਾਂ ਬਾਕੀ ਆਪਣੇ ਚੈਨਲ ਦੇ ਉੱਪਰ ਪਲੇਲਿਸਟ PSSB ਦੇ ਨਾਂ ਤੇ ਜੋ ਪਲੇਲਿਸਟ ਬਣੀ ਹੋਈ ਹੈ ਉਸ ਦੇ ਵਿੱਚ ਕਾਫੀ ਟੌਪਿਕਸ ਆਪਾਂ ਕਵਰ ਕਰ ਚੁੱਕੇ ਹਾਂ, ਜਿਸ ਦੇ ਵਿੱਚ ਮੇਨ ਜਿਹੜਾ ਹੈਗਾ ਸਬਜੈਕਟ ਵਰਬ ਕਨਕੋਰਡ ਹੈ। ਠੀਕ ਹੈ, ਉਹ ਤੁਹਾਡੇ ਲਈ ਵੀ ਇੰਪੋਰਟੈਂਟ ਹੈ, ਪੰਜਾਬ ਪੁਲਿਸ ਦੀ ਭਰਤੀ ਲਈ ਵੀ ਇੰਪੋਰਟੈਂਟ ਹੈ ਕਿਉਂਕਿ ਉਹ ਟੌਪਿਕ ਜਿਹੜਾ ਉਹ ਟ੍ਰਾਂਸਲੇਸ਼ਨ ਨਾਲ ਹੀ ਸੰਬੰਧਿਤ ਹੈ, ਸਬਜੈਕਟ ਵਰਬ ਕਨਕੋਰਡ ਵਾਲਾ। ਤੇ ਉਸ ਤੋਂ ਬਿਨਾਂ ਟੈਂਸ ਵਾਲੀ ਜਿਹੜਾ ਆਪਣਾ ਪਲੇਲਿਸਟ ਹੈਗੀ ਹੈ PSSB ਦੇ ਪਲੇਲਿਸਟ ਦੇ ਵਿੱਚ ਹੀ ਟੈਂਸ ਸਾਰੇ ਮਤਲਬ ਆਪਾਂ ਨੇ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ। ਠੀਕ ਹੈ, ਉਹ ਤੁਹਾਨੂੰ ਉੱਥੋਂ ਮਿਲ ਜਾਣਗੀਆਂ ਟੈਂਸਿਸ ਵਾਲੀਆਂ। ਇਸ ਤੋਂ ਬਿਨਾਂ ਚੇਂਜ ਆਫ ਵੌਇਸ ਦੀ ਜੋ ਇੱਕ PSSB ਜਿਹੜੀ ਪਲੇਲਿਸਟ ਹੈ ਉਸ ਦੇ ਵਿੱਚ ਚੇਂਜ ਦਾ ਵੌਇਸ, ਠੀਕ ਹੈ, ਵੌਇਸ ਕਿਵੇਂ ਚੇਂਜ ਕਰਨਾ ਉਹਦੇ ਸੈਂਟੈਂਸ ਤੇ ਪੂਰੀ ਡਿਟੇਲ ਦੇ ਵਿੱਚ ਜੋ ਹੈ ਸਾਰਾ ਕੁਝ ਦੇ ਵਿੱਚ ਕਲੀਅਰ ਕੀਤਾ ਗਿਆ ਹੈ, ਉਹ ਤੁਸੀਂ ਉੱਥੋਂ ਦੇਖ ਸਕਦੇ ਹੋ। ਤੇ ਨਰੇਸ਼ਨ ਜੋ ਹੈ, ਨਰੇਸ਼ਨ ਨਾਲ ਰਿਲੇਟਡ ਵੀ ਆਪਣਾ ਟੌਪਿਕ ਤਕਰੀਬਨ ਕੰਪਲੀਟ ਹੋ ਚੁੱਕਾ ਹੈ, ਆਪਣੇ ਚੈਨਲ ਤੇ ਸਾਰੀਆਂ ਵੀਡੀਓਜ਼ ਪਈਆਂ ਨੇ। ਨਰੇਸ਼ਨ ਲੈਕਚਰ 1 2 3 ਕਰਕੇ 11 12 ਲੈਕਚਰ ਤੱਕ ਉਹ ਗਈ ਹੋਈ ਹੈ ਆਪਣੀ ਸੀਰੀਜ਼ ਤੇ ਉਹ ਤਕਰੀਬਨ ਕੰਪਲੀਟ ਹੈ। ਸੋ ਇੱਕ ਨਵੀਂ ਸੀਰੀਜ਼ ਹੈ ਇਹ ਟ੍ਰਾਂਸਲੇਸ਼ਨ। ਠੀਕ ਹੈ, ਇਸ ਤੇ ਆਪਾਂ ਫੋਕਸ ਕਰਾਂਗੇ। ਇਸ ਵੀਡੀਓ ਦੇ ਵਿੱਚ ਮੈਂ ਕੁਝ ਸੈਂਟੈਂਸਿਸ ਐਜ਼ ਸਪੈਸੀਮਨ ਜੋ ਹੈ ਲੈ ਕੇ ਆਇਆ ਤੇ ਆਪਾਂ ਕੋਸ਼ਿਸ਼ ਕਰਾਂਗੇ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਘੱਟ ਤੋਂ ਘੱਟ ਉਹਨਾਂ ਐਸਪੀਰੈਂਟਸ ਲਈ ਜੋ ਜ਼ਰੂਰ ਇਹ ਵੀਡੀਓ ਪਹੁੰਚੇ ਜੋ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਨੇ, ਭਰਤੀ ਦੀ ਤਿਆਰੀ ਕਰ ਰਹੇ ਨੇ। ਠੀਕ ਹੈ ਜੀ, ਆਓ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਜਿਵੇਂ ਕਿ ਆਪਾਂ ਦੱਸ ਚੁੱਕੇ ਹਾਂ ਟੌਪਿਕ ਦਾ ਨਾਮ ਹੈਗਾ ਟ੍ਰਾਂਸਲੇਸ਼ਨ। ਬਹੁਤ ਵਾਸਟ ਟੌਪਿਕ ਹੈ ਪਰ ਆਪਾਂ ਕਵਰ ਇਸ ਨੂੰ ਕਰ ਲਾਂਗੇ, ਬੜੀ ਜਲਦੀ ਇਸ ਨੂੰ ਕਵਰ ਕਰਾਂਗੇ। ਸਾਰਾ ਕੰਟੈਂਟ ਜੋ ਹੈ ਡਿਵੈਲਪ ਹੋ ਚੁੱਕਾ ਹੈ ਤੇ ਹੌਲੀ ਹੌਲੀ ਜੋ ਹੈ ਅਪਲੋਡ ਹੋ ਜਾਏਗਾ। ਤੁਸੀਂ ਇਕੱਲੀ ਵੀਡੀਓ ਜੋ ਹੈ ਪਲੀਜ਼ ਦੇਖਦੇ ਰਹਿਣਾ। ਹਾਂਜੀ, ਸਭ ਤੋਂ ਪਹਿਲਾਂ ਟ੍ਰਾਂਸਲੇਸ਼ਨ ਦੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੜ ਕੀ ਹੁੰਦੀ ਹੈ। ਆਪਾਂ ਜੇਕਰ ਜੜ ਆਪਣੇ ਸਮਝ ਆ ਗਈ ਨਾ, ਕਨਸੈਪਟ ਸਮਝ ਆ ਜਾਊਗਾ। ਡੀਅਰ ਫਰੈਂਡਸ, ਪਹਿਲੀ ਗੱਲ ਤਾਂ ਇਹ ਆਪਣੇ ਦਿਮਾਗ 'ਚ ਰੱਖਣੀ ਚਾਹੀਦੀ ਆਪਾਂ ਨੂੰ ਕਿ ਕਿਸੇ ਵੀ ਇੱਕ ਲੈਂਗੁਏਜ ਨੂੰ ਆਪਾਂ ਦੂਸਰੀ ਲੈਂਗੁਏਜ ਨਾਲ ਕੰਪੇਅਰ ਨਹੀਂ ਕਰ ਸਕਦੇ, ਟ੍ਰਾਂਸਲੇਟ ਨਹੀਂ ਕਰ ਸਕਦੇ। ਹਾਂ ਬਿਲਕੁਲ, ਇਹ ਲੱਗਦਾ ਪੈਰਾਡੌਕਸੀਕਲ ਗੱਲ ਕਰ ਰਿਹਾ ਮੈਂ ਵੀ ਟ੍ਰਾਂਸਲੇਸ਼ਨ ਕਰਨੀ ਆਪਾਂ ਨੇ ਤੇ ਨਾਲੇ ਮੈਂ ਇੱਕ ਪਾਸੇ ਇਹ ਕਹਿ ਰਿਹਾ ਕਿ ਆਪਾਂ ਜੋ ਹੈ ਉਸ ਨੂੰ ਜੋ ਹੈ ਚੇਂਜ ਨਹੀਂ ਕਰ ਸਕਦੇ, ਇੱਕ ਲੈਂਗੁਏਜ ਨੂੰ ਦੂਸਰੀ ਲੈਂਗੁਏਜ ਦੇ ਵਿੱਚ ਕੰਪੇਅਰ ਨਹੀਂ ਕਰ ਸਕਦੇ ਉਸ ਨੂੰ ਆਪਾਂ, ਪਰ ਟ੍ਰਾਂਸਲੇਸ਼ਨ ਹੋ ਸਕਦੀ ਹੈ। ਇਸ ਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਜਦੋਂ ਆਪਾਂ ਟ੍ਰਾਂਸਲੇਸ਼ਨ ਕਰਨੀ ਹੈ ਲਿਟਰਲ ਟ੍ਰਾਂਸਲੇਸ਼ਨ ਤੇ ਨਾ ਜਾਇਓ।
ਇਹ ਲਿਟਰਲ ਟ੍ਰਾਂਸਲੇਸ਼ਨ ਕੁਝ ਸੈਂਟੈਂਸਸ ਦੀ ਪੋਸੀਬਲ ਹੈ ਜੋ ਸੈਂਟੈਂਸਸ ਆਪਣੇ ਟੈਂਸ ਬੇਸਡ ਨੇ, ਉਹਨਾਂ ਦੀ ਲਿਟਰਲ ਟ੍ਰਾਂਸਲੇਸ਼ਨ ਹੋ ਸਕਦੀ ਹੈ, ਪਰ ਜ਼ਰੂਰੀ ਨਹੀਂ ਹਰੇਕ ਟੈਂਸ ਦੀ ਲਿਟਰਲ ਟ੍ਰਾਂਸਲੇਸ਼ਨ ਹੋਊਗੀ। ਸੋ ਲਿਟਰਲ ਟ੍ਰਾਂਸਲੇਸ਼ਨ ਦਾ ਮਤਲਬ ਹੁੰਦਾ ਹੈ ਕਿ ਜਿਵੇਂ ਦੇ ਵਰਡਸ ਆਪਣੇ ਕੋਲ ਆਏ ਹੋਏ ਨੇ, ਪੰਜਾਬੀ ਦੇ ਵਾਕ ਵਿੱਚ ਲਿਖੇ ਹੋਏ ਨੇ ਵਰਡਸ, ਜੇਕਰ ਐਜ਼ ਇਟ ਇਜ਼ ਉਹਨਾਂ ਨੂੰ ਆਪਾਂ ਟ੍ਰਾਂਸਲੇਟ ਕਰਾਂਗੇ, ਉਹਨਾਂ ਦਾ ਜੋ ਇੰਗਲਿਸ਼ ਸਬਸਟੀਟਿਊਟ ਹੈ ਵਰਡ ਦਾ, ਜੇਕਰ ਉਹ ਲਿਖ ਦਾਂਗੇ ਤਾਂ ਕੋਈ ਜ਼ਰੂਰੀ ਨਹੀਂ ਹੈ ਕਿ ਟ੍ਰਾਂਸਲੇਸ਼ਨ ਹੋਵੇ, ਇਹ ਕੋਈ ਜ਼ਰੂਰੀ ਨਹੀਂ ਹੈ। ਠੀਕ ਹੈ, ਸੋ ਜ਼ਰੂਰੀ ਕੀ ਹੈ, ਜਦੋਂ ਆਪਾਂ ਟ੍ਰਾਂਸਲੇਸ਼ਨ ਕਰਦੇ ਹਾਂ ਇੱਕ ਲੈਂਗੁਏਜ ਦੇ ਸੈਂਟੈਂਸ ਨੂੰ ਦੂਸਰੀ ਲੈਂਗੁਏਜ ਦੇ ਸੈਂਟੈਂਸ ਦੇ ਵਿੱਚ ਸੈਂਸ ਨੂੰ ਟ੍ਰਾਂਸਲੇਟ ਕਰਨਾ ਹੁੰਦਾ ਹੈ, ਨਾ ਕਿ ਵਰਡਸ ਨੂੰ ਟ੍ਰਾਂਸਲੇਟ ਕਰਨਾ। ਜੇਕਰ ਵਰਡ ਟੂ ਵਰਡ ਟ੍ਰਾਂਸਲੇਸ਼ਨ ਦੇ ਚੱਕਰ 'ਚ ਆਪਾਂ ਪੈ ਜਾਂਦੇ ਹਾਂ ਤਾਂ ਅਰਥ ਦਾ ਅਨਰਥ ਹੋ ਸਕਦਾ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਜੇਕਰ ਆਪਾਂ ਇਹਨਾਂ ਵਰਡ ਦੇ ਅਕੋਰਡਿੰਗ ਹੀ ਅੰਗਰੇਜ਼ੀ ਦੇ ਸ਼ਬਦ ਹੋਰ ਲਿਖ ਦਈਏ ਕਿ ਆਹ ਟ੍ਰਾਂਸਲੇਸ਼ਨ ਹੋ ਗਈ ਜੀ, ਠੀਕ ਹੈ, ਉਹ ਗਲਤ ਹੋ ਜਾਂਦਾ ਕੰਮ। ਟ੍ਰਾਂਸਲੇਸ਼ਨ ਕਰਨ ਲਈ ਹਮੇਸ਼ਾ ਆਪਣੇ ਕੋਲ ਦੋ ਲੈਂਗੁਏਜਸ ਹੋਣਗੀਆਂ, ਠੀਕ ਹੈ, ਇੱਕ ਸੋਰਸ ਲੈਂਗੁਏਜ, ਇੱਕ ਟਾਰਗੇਟ ਲੈਂਗੁਏਜ। ਸੋਰਸ ਲੈਂਗੁਏਜ ਜਿਵੇਂ ਆਪਾਂ ਨੇ ਇੱਥੇ ਲਿਖਾ ਹੋਇਆ, ਮੈਂ ਪਹਿਲਾ ਸੈਂਟੈਂਸ ਪੰਜਾਬੀ 'ਚ ਲਿਖਿਆ ਹੈ, ਪੰਜਾਬੀ ਦੀ ਫਿਰ ਮੈਂ ਟ੍ਰਾਂਸਲੇਸ਼ਨ ਕੀਤੀ ਹੈ, ਠੀਕ ਹੈ ਜੀ। ਤਾਂ ਇਹ ਜੋ ਪੰਜਾਬੀ ਹੈ, ਪੰਜਾਬੀ ਜੋ ਇੱਥੇ ਕੀ ਹੈ, ਹੁਣ ਇਸ ਰੈਫਰੈਂਸ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਪੰਜਾਬੀ ਆਪਣੀ ਇੱਥੇ ਸੋਰਸ ਲੈਂਗੁਏਜ ਹੈ, ਠੀਕ ਹੈ। ਟਾਰਗੇਟ ਲੈਂਗੁਏਜ ਆਪਣੀ ਕੀ ਹੈ, ਇੰਗਲਿਸ਼ ਹੈ, ਠੀਕ ਹੈ ਜੀ। ਜੇਕਰ ਇੰਗਲਿਸ਼ ਤੋਂ ਪੰਜਾਬੀ ਆਪਾਂ ਟ੍ਰਾਂਸਲੇਸ਼ਨ ਕਰ ਰਹੇ ਹਾਂ ਤਾਂ ਫਿਰ ਆਪਣੀ ਸੋਰਸ ਲੈਂਗੁਏਜ ਜਿਹੜੀ ਹੈ ਉਹ ਇੰਗਲਿਸ਼ ਹੋ ਗਈ ਤੇ ਟਾਰਗੇਟ ਲੈਂਗੁਏਜ ਕੀ ਆਪਣੀ ਪੰਜਾਬੀ ਹੋ ਗਈ, ਠੀਕ ਹੈ। ਇਹ ਧਿਆਨ ਰੱਖਣਾ ਹੈ, ਹਮੇਸ਼ਾ ਸੈਂਸ ਨੂੰ ਟ੍ਰਾਂਸਲੇਟ ਕਰਨਾ ਹੈ, ਵਰਡ ਟੂ ਵਰਡ ਟ੍ਰਾਂਸਲੇਸ਼ਨ ਤੇ ਵਿਚਾਰ ਨਹੀਂ ਕਰਨਾ ਆਪਾਂ ਨੇ, ਸੌਰੀ। ਸੋ ਦਿਮਾਗ ਤੇ ਥੋੜਾ ਆਪਾਂ ਨੇ ਬੋਝ ਪਾਣਾ ਹੈ, ਥੋੜਾ ਬੋਝ ਪਾਉਣ ਦਾ ਮਤਲਬ ਮੇਰਾ ਇਹ ਹੈ ਕਿ ਆਪਾਂ ਥੋੜਾ ਸੋਚਣਾ, ਉਸ ਤੇ ਟੈਕਸ ਕਰਨਾ ਮਾਈਂਡ ਨੂੰ ਵੀ ਇਸ ਸੈਂਟੈਂਸ ਦੀ ਜੋ ਸੈਂਸ ਕੀ ਬਣਦੀ ਹੈ, ਉਸ ਸੈਂਸ ਨੂੰ ਆਪਾਂ ਟ੍ਰਾਂਸਲੇਟ ਕਰਨਾ ਹੈ ਇੰਗਲਿਸ਼ ਦੇ ਵਿੱਚ, ਜਾਂ ਫਿਰ ਇੰਗਲਿਸ਼ ਦੇ ਵਿੱਚ ਸੈਂਟੈਂਸ ਆਇਆ ਹੋਇਆ ਹੈ ਉਸ ਨੂੰ ਆਪਾਂ ਪੰਜਾਬੀ ਵਿੱਚ ਟ੍ਰਾਂਸਲੇਟ ਕਰਨਾ ਹੈ। ਦੋਨੋਂ ਤਰ੍ਹਾਂ ਦੀ ਟ੍ਰਾਂਸਲੇਸ਼ਨ ਤੁਹਾਡੇ ਪੇਪਰ ਦੇ ਵਿੱਚ ਆਊਗੀ, ਇਸ ਕਰਕੇ ਦੋਨੋਂ ਹੀ ਆਪਾਂ ਕਵਰ ਕਰਾਂਗੇ। ਇੰਗਲਿਸ਼ ਟੂ ਪੰਜਾਬੀ ਕਿਵੇਂ ਟ੍ਰਾਂਸਲੇਸ਼ਨ ਕਰਨੀ ਹੈ, ਪੰਜਾਬੀ ਟੂ ਇੰਗਲਿਸ਼ ਕਿਵੇਂ ਟ੍ਰਾਂਸਲੇਸ਼ਨ ਕਰਨੀ ਹੈ। ਇੰਗਲਿਸ਼ ਟੂ ਪੰਜਾਬੀ ਈਜ਼ੀ ਰਹਿੰਦਾ ਹੈ ਆਪਾਂ ਨੂੰ ਟ੍ਰਾਂਸਲੇਸ਼ਨ ਕਰਨਾ, ਪਰ ਪੰਜਾਬੀ ਟੂ ਇੰਗਲਿਸ਼ ਜਦੋਂ ਆਪਾਂ ਟ੍ਰਾਂਸਲੇਸ਼ਨ ਕਰਦੇ ਹਾਂ ਤਾਂ ਬਹੁਤ ਸਾਰੇ ਆਪਣੇ ਸਟੂਡੈਂਟਸ ਨੇ, ਵਿਦਿਆਰਥੀ ਨੇ, ਐਸਪੀਰੈਂਟਸ ਨੇ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਹੈ, ਬਟ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਇਸ ਚੈਨਲ ਨਾਲ ਜੁੜੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਣੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਟੂਡੈਂਟਸ ਇਹ ਪੇਪਰ ਦੀ ਤਿਆਰੀ ਕਰ ਰਹੇ ਨੇ ਤੇ ਉਹਨਾਂ ਨੂੰ ਇਸ ਦਾ ਫਾਇਦਾ ਮਿਲ ਸਕੇ। ਬਿਲਕੁਲ ਪੰਜਾਬੀ ਦੇ ਵਿੱਚ ਕੱਲੀ ਚੀਜ਼ ਜੋ ਹੈ ਕਲੀਅਰ ਜੋ ਹੈ ਕੀਤੀ ਜਾਏਗੀ। ਸੋ ਅੱਜ ਦੀ ਵੀਡੀਓ ਆਪਾਂ ਹੁਣ ਸਟਾਰਟ ਕਰਨ ਲੱਗੇ ਹਾਂ, ਐਂਡ ਤੱਕ ਵੀਡੀਓ ਦੇਖਣਾ, ਤੁਹਾਨੂੰ ਮੈਂ ਗਾਰੰਟੀ ਕਰਦਾ ਕਿ ਤੁਹਾਨੂੰ ਵੀਡੀਓ ਬਿਲਕੁਲ ਪਸੰਦ ਆਏਗੀ ਤੇ ਤੁਹਾਨੂੰ ਲੱਗੇਗਾ ਕਿ ਹਾਂ ਵਾਕਈ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ। ਆਓ ਸ਼ੁਰੂ ਕਰਦੇ ਆਪਾਂ। ਪਹਿਲਾ ਸੈਂਟੈਂਸ ਹੈ, ਉਹ ਪੜ੍ਹਾਈ ਕੀਤੇ ਬਿਨਾ ਨਹੀਂ ਰਹਿ ਸਕਦਾ, ਠੀਕ ਹੈ। ਹੁਣ ਦੇਖੋ, ਕੀਤੇ ਬਿਨਾ ਨਾ ਰਹਿ ਸਕਣਾ, ਜਦੋਂ ਕਿਸੇ ਸੈਂਟੈਂਸ ਦੇ ਵਿੱਚ ਇਹ ਸੈਂਸ ਆਉਂਦੀ ਹੈ ਤਾਂ ਆਪਾਂ ਉੱਥੇ ਜੋ ਹੈ ਇੱਕ ਫਰੇਜ਼ ਹੈ ਇਹ ਕਾਂਟ ਹੈਲਪ। ਕਾਂਟ ਹੈਲਪ ਨਾਲ ਅੱਗੇ ਵਰਬ ਦੀ ਫਸਟ ਫਾਰਮ ਪਲੱਸ ਆਈਐਨਜੀ, ਇਸ ਨੂੰ ਆਪਾਂ ਪ੍ਰੈਜ਼ੈਂਟ ਪਾਰਟਿਸਿਪਲ ਕਹਿੰਦੇ ਆ, ਠੀਕ ਹੈ। ਪਿਆਰੇ ਵਿਦਿਆਰਥੀਓ, ਡੀਅਰ ਬ੍ਰਦਰਸ, ਤੁਸੀਂ ਇਹ ਧਿਆਨ ਰੱਖੋਗੇ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਸੈਂਟੈਂਸ ਆ ਜਾਵੇ ਜਿਸ ਦੇ ਵਿੱਚ ਇਹ ਲਿਖਿਆ ਹੋਵੇ ਕਿਤੇ ਬਿਨਾ ਨਾ ਰਹਿ ਸਕਣਾ, ਕਾਂਟ ਹੈਲਪ। ਕਾਂਟ ਹੈਲਪ ਜੋ ਆਪਾਂ ਇਕੱਠਾ ਇਹ ਯੂਜ਼ ਹੋਗਾ, ਕਾਂਟ ਤੇ ਹੈਲਪ, ਇਹ ਦੋਨੋਂ ਵਰਡਸ ਆਉਣਗੇ। ਰਾਦਰ 3 ਵਰਡਸ ਨੇ, ਕੈਨ ਨੋਟ ਇਕੱਠਾ ਹੋਗਾ, ਸ਼ਾਰਟ ਫਾਰਮ ਹੈ, ਕੰਟਰੈਕਟਿਡ ਫਾਰਮ ਹੈ, ਐਂਡ ਹੈਲਪ। ਕੈਨ ਨੋਟ ਹੈਲਪ, ਕੈਨ ਨੋਟ ਦਾ ਕਾਂਟ ਹੋ ਗਿਆ, ਸ਼ਾਰਟ ਫਾਰਮ ਹੋ ਗਈ ਤੇ ਹੈਲਪ ਪਲੱਸ ਜੋ ਹੈ ਇਸ ਦੇ ਵਿੱਚ ਤੁਸੀਂ ਆਈਐਨਜੀ ਫਾਰਮ ਲਗਾਓਗੇ। ਹੀ ਕਾਂਟ ਹੈਲਪ ਸਟਡੀਇੰਗ, ਹੀ ਕਾਂਟ ਹੈਲਪ ਸਟਡੀਇੰਗ, ਇਸ ਦਾ ਮੀਨਿੰਗ ਬਣ ਗਿਆ ਉਹ ਪੜ੍ਹਾਈ ਕੀਤੇ ਬਿਨਾ ਨਹੀਂ ਰਹਿ ਸਕਦਾ, ਠੀਕ ਹੈ ਜੀ। ਮੈਂ ਹੱਸੇ ਬਿਨਾ ਨਹੀਂ ਰਹਿ ਸਕਦਾ, ਆਈ ਕਾਂਟ ਹੈਲਪ ਲਾਫਿੰਗ। ਉਹ ਖੇਡੇ ਬਿਨਾ ਨਹੀਂ ਰਹਿ ਸਕਦਾ, ਹੀ ਕਾਂਟ ਹੈਲਪ ਪਲੇਇੰਗ, ਠੀਕ ਹੈ। ਇਸ ਤਰੀਕੇ ਨਾਲ ਇਸ ਤਰ੍ਹਾਂ ਦੇ ਸੈਂਟੈਂਸਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰਦੇ ਹਾਂ, ਠੀਕ ਹੈ ਜੀ। ਇਹ ਵਰਡ ਦਾ ਧਿਆਨ ਰੱਖਣਾ, ਇਸ ਨੂੰ ਆਪਾਂ ਆਮ ਤੌਰ ਤੇ ਟ੍ਰਾਂਸਲੇਸ਼ਨ ਕਹਿ ਦਿੰਦੇ ਹਾਂ, ਬਟ ਐਕਚੁਅਲ ਪ੍ਰੋਨਾਂਸੀਏਸ਼ਨ ਇਸ ਦੀ ਕੀ ਹੈ, ट्रांसलेशन। ट्रांसलेशन ओके, उम्मीद करता है पहला सेंटेंस क्लियर हो गया होगा। दूसरा सेंटेंस, मेरा खेडन नूं जी करदा है, मेरा खेडन नूं जी करदा है, ठीक है। हुण इत्थे देखो जी दी कोई अंग्रेजी नहीं लिखी हैगी आपां ने, ठीक है। वर्ड टू वर्ड जेकर आपां इत्थे ट्रांसलेशन करांगे तां ये पॉसिबल नहीं है। इत्थे की है, जस्ट अपने सेंस देखनी है कि
ਖੇਡਣ ਨੂੰ ਜੀ ਨਹੀਂ ਕਰਦਾ ਹੈ ਮਤਲਬ ਕਿ ਮਨ ਨਹੀਂ ਲੱਗ ਰਿਹਾ ਖੇਡਣ ਦੇ ਵਿੱਚ, ਠੀਕ ਹੈ। ਤਾਂ ਇਸ ਤਰ੍ਹਾਂ ਦਾ ਮੈਨੂੰ ਨਹੀਂ ਲੱਗ ਰਿਹਾ ਕਿ ਮੈਂ ਖੇਡਾਂ, ਇਸ ਤਰ੍ਹਾਂ ਦਾ ਮੈਨੂੰ ਫੀਲ ਨਹੀਂ ਹੋ ਰਿਹਾ ਕਿ ਮੈਂ ਖੇਡਾਂ। ਸੇਮ ਗੱਲ ਹੋ ਗਈ ਨਾ, ਮੇਰਾ ਖੇਡਣ ਨੂੰ ਜੀ ਨਹੀਂ ਕਰਦਾ, ਯਾਨੀ ਕਿ ਮੇਰਾ ਮਨ ਨਹੀਂ ਹੈਗਾ ਖੇਡਣ ਦਾ, ਠੀਕ ਹੈ। ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਕਿ ਮੈਂ ਖੇਡਾਂ, ਠੀਕ ਹੈ। ਸੋ ਟ੍ਰਾਂਸਲੇਸ਼ਨ ਕੀ ਹੋਊਗੀ, ਦੇਖੋ ਮੇਰਾ ਖੇਡਣ ਨੂੰ ਜੀ ਕਰਦਾ ਹੈ, ਇੱਥੇ ਕਰਦਾ ਹੈ ਸੌਰੀ ਨਹੀਂ ਹੈ, ਨਹੀਂ ਵੀ ਹੋ ਸਕਦਾ ਹੈ, ਆਪਾਂ ਇੱਥੇ ਜੋ ਐਸੇ ਨੈਗੇਟਿਵ ਬਣਾ ਸਕਦੇ ਇਸ ਨੂੰ, ਬਟ ਇਹ ਪੋਜ਼ਿਟਿਵ ਸੈਂਟੈਂਸ ਹੈ, ਮੇਰਾ ਖੇਡਣ ਨੂੰ ਜੀ ਕਰਦਾ ਹੈ। ਸੋ ਇੱਥੇ ਮੇਰਾ ਯਾਨੀ ਕਿ ਆਈ ਫੀਲ ਲਾਈਕ, ਇਹ ਧਿਆਨ ਰੱਖਣਾ ਹੈ ਜਦੋਂ ਇਸ ਤਰ੍ਹਾਂ ਦਾ ਸੈਂਟੈਂਸ ਆ ਜਾਵੇ ਕਿ ਜੀ ਕਰਦਾ ਹੈ, ਮਨ ਕਰਦਾ ਹੈ ਜਾਂ ਮਨ ਨਹੀਂ ਕਰਦਾ ਹੈ, ਤਾਂ ਫੀਲ ਤੇ ਲਾਈਕ ਇਹ ਯੂਜ਼ ਹੋਣਗੇ ਜੀ। ਇਹ ਟੈਂਸ ਦੇ ਅਕੋਰਡਿੰਗ ਹੈ। ਹੁਣ ਕਰਦਾ ਹੈ ਸੈਂਟੈਂਸ ਤਾਂ ਇਹ ਆਪਣਾ ਪ੍ਰੈਜ਼ੈਂਟ ਇੰਡੈਫਿਨਿਟ ਹੈ। ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਦੇ ਪਛਾਣ ਹੈ ਨਾ, ਜਿਨ੍ਹਾਂ ਵਾਕਾਂ ਦੇ ਅੰਤ ਵਿੱਚ ਦਾ ਹੈ, ਦੀ ਹੈ, ਦੇ ਹਨ ਆਦਿ ਆ ਜਾਵੇ, ਪ੍ਰੈਜ਼ੈਂਟ ਇੰਡੈਫਿਨਿਟ ਦੇ ਉਹ ਸੈਂਟੈਂਸਸ ਹੁੰਦੇ ਨੇ। ਉਸ ਦੇ ਵਿੱਚ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੁੰਦੀ ਹੈ ਕਿ ਜਿਹੜਾ ਦਾ, ਦੇ, ਦੀ ਹੈ ਉਹ ਵਰਬ ਦੇ ਵਿੱਚ ਜੁੜਿਆ ਹੋਣਾ ਚਾਹੀਦਾ ਹੈ, ਵਰਬ ਦੇ ਵਿੱਚ ਜੁੜਿਆ ਹੋਣਾ ਚਾਹੀਦਾ ਦਾ, ਦੇ, ਦੀ, ਠੀਕ ਹੈ। ਜ਼ਰੂਰੀ ਨਹੀਂ ਹੈਗਾ ਦਾ, ਦੇ, ਦੀ ਵਰਬ ਦੇ ਵਿੱਚ ਜੁੜਿਆ ਹੋਵੇ। ਸੈਂਟੈਂਸ ਜੋ ਹੈ ਐਵੇਂ ਵੀ ਆ ਸਕਦਾ, ਜੀ ਸਿੰਪਲ ਜਿਹਾ ਐਗਜ਼ਾਮਪਲ ਲੈ ਲੈਂਦੇ ਆਪਾਂ, ਉਹ ਮੇਰੀ ਦਾਦੀ ਹੈ, ਆਪਾਂ ਨੇ ਇਹ ਕਹਿਤਾ ਉਹ ਮੇਰੀ ਦਾਦੀ ਹੈ। ਹੁਣ ਦੀ ਹੈ, ਦਾਦੀ ਦਾ ਕੋਈ ਵਰਬ ਨਹੀਂ ਨਾ ਹੈਗਾ, ਨਾਊਨ ਵਰਡ ਹੈ, ਗ੍ਰੈਂਡਮਦਰ, ਠੀਕ ਹੈ। ਸੋ ਇਹ ਡਾਇਰੈਕਟਲੀ ਆਪਾਂ ਜੇਕਰ ਫੰਕਸ਼ਨਲ ਪ੍ਰੈਜ਼ੈਂਟ ਇੰਡੈਫਿਨਿਟ ਦੀ ਗੱਲ ਕਰੀਏ ਉਹਦਾ ਪਾਰਟ ਨਹੀਂ ਬਣਦਾ ਉਹ, ਠੀਕ ਹੈ। ਉੱਥੇ ਆਪਾਂ ਵਰਬ ਦੀ ਫਸਟ ਫਾਰਮ ਯੂਜ਼ ਨਹੀਂ ਕਰਦੇ, ਠੀਕ ਹੈ। ਜੇ ਕਰਦੇ ਆ ਤਾਂ ਇਜ਼ ਐਮ ਆਰ, ਉਸ ਇਜ਼ ਐਮ ਆਰ ਜਿਹੜਾ ਉਸ ਨੂੰ ਉਹ ਯੂਜ਼ ਕਰਾਂਗੇ ਆਪਾਂ, ਫਸਟ ਫਾਰਮ ਉਹ ਯੂਜ਼ ਹੋਏਗੀ ਉਸ ਦੇ ਵਿੱਚ, ਠੀਕ ਹੈ। ਪਰ ਉਸ ਦੇ ਵਿੱਚ ਕੋਈ ਐਕਸ਼ਨ ਨਹੀਂ ਹੋਊਗਾ, ਐਕਸ਼ਨ ਨਹੀਂ ਹੋਊਗਾ। ਉਹ ਸਟੇਟ ਦੱਸੀ ਜਾਂਦੀ ਹੈ ਕਿ ਕੀ ਸਟੇਟ ਹੈ, ਸਥਿਤੀ ਕੀ ਹੈ, ਪਰ ਉਸ ਵਿੱਚ ਕੋਈ ਮੂਵਮੈਂਟ, ਕੋਈ ਐਕਸ਼ਨ ਨਹੀਂ ਹੁੰਦਾ। ਪ੍ਰੈਜ਼ੈਂਟ ਇੰਡੈਫਿਨਿਟ ਦਾ ਜਿਹੜਾ ਆਪਾਂ ਟੈਂਸ ਦੀ ਗੱਲ ਕਰਦੇ ਆ, ਜਿਸ ਨੂੰ ਆਪਾਂ ਕਹਿੰਦੇ ਵੀ ਹਾਈ ਟੈਂਸ ਹੈ ਪ੍ਰੈਜ਼ੈਂਟ ਇੰਡੈਫਿਨਿਟ, ਉਸ ਦੇ ਵਿੱਚ ਹਮੇਸ਼ਾ ਆਪਾਂ ਫਸਟ ਫਾਰਮ ਯੂਜ਼ ਕਰਦੇ ਹਾਂ ਵਰਬ ਦੀ, ਜਾਂ ਫਸਟ ਫਾਰਮ ਪਲੱਸ ਐਸ ਈ ਐਸ ਆਈ ਈ ਐਸ ਵਗੈਰਾ ਲੱਗਦਾ ਹੈ। ਉਹ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਟੈਂਸਿਸ ਦੀ, ਆਪਾਂ ਟੈਂਸ ਬੇਸਡ ਪਹਿਲਾਂ ਕਵਰ ਕਰਾਂਗੇ ਸਾਰੇ ਸੈਂਟੈਂਸਿਸ, ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੇ ਸੈਂਟੈਂਸਿਸ ਜੋ ਆਪਾਂ ਲੈ ਕੇ ਆਏ ਆ ਇਹ ਵੀ ਜੋ ਹੈ ਡਿਸਕਸ ਕੀਤੇ ਜਾਣਗੇ, ਠੀਕ ਹੈ ਜੀ। ਸਾਰੇ ਜੋ ਹੈ ਟੈਂਸ ਵੀ ਕਵਰ ਕਰਾਂਗੇ ਤੇ ਇਹ ਵੀ ਮਿਸਲੇਨੀਅਸ ਸੈਂਟੈਂਸਿਸ ਜਿਹੜੇ ਹੈਗੇ ਨੇ ਉਹ ਵੀ ਕਵਰ ਹੋਣਗੇ। ਸੋ ਇੱਥੇ ਦੇਖੋ ਫੀਲ ਲਾਈਕ, ਫੀਲ ਲਾਈਕ ਇਸ ਦਾ ਮਤਲਬ ਮਨ ਕਰਨਾ, ਜੀ ਕਰਨਾ। ਕਿਸ ਨੂੰ ਜੀ ਕਰਨਾ, ਖੇਡਣ ਨੂੰ, ਪਲੇਇੰਗ। ਇੱਥੇ ਵੀ ਆਈਐਨਜੀ ਫਾਰਮ ਲੱਗਣੀ ਹੈ ਇਸ ਤੋਂ ਬਾਅਦ, ਠੀਕ ਹੈ। ਜੇ ਇਹ ਕਹਿਣਾ ਵੀ ਮੇਰਾ ਖੇਡਣ ਨੂੰ ਜੀ ਨਹੀਂ ਕਰਦਾ ਹੈ, ਆਈ ਡੋਂਟ ਫੀਲ ਕਰ ਦਾਂਗੇ ਇੱਥੇ, ਇੱਥੇ ਜੋ ਡੋਂਟ ਲੱਗ ਜਾਏਗਾ, ਆਈ ਡੋਂਟ ਫੀਲ ਲਾਈਕ ਪਲੇਇੰਗ, ਆਈ ਡੋਂਟ ਫੀਲ ਲਾਈਕ ਪਲੇਇੰਗ। ਓਕੇ, ਉਮੀਦ ਕਰਦਾ ਸਮਝ ਆ ਗਈ ਹੋਵੇਗੀ ਸੈਂਟੈਂਸ ਦੀ। ਮੈਂ ਵਾਰ-ਵਾਰ ਕਹਿ ਰਿਹਾ ਵੀ ਧਿਆਨ ਰੱਖਣਾ ਕਿ ਲਿਟਰਲ ਟ੍ਰਾਂਸਲੇਸ਼ਨ ਜੋ ਹੈ ਬਹੁਤ ਘੱਟ ਪੋਸੀਬਲ ਹੁੰਦੀ ਹੈ ਇੱਕ ਲੈਂਗੁਏਜ ਤੋਂ ਦੂਸਰੀ ਲੈਂਗੁਏਜ ਦੇ ਵਿੱਚ, ਠੀਕ ਹੈ, ਕਿਉਂਕਿ ਸੈਂਟੈਂਸ ਸਟਰਕਚਰ ਦੇ ਵਿੱਚ ਫਰਕ ਹੁੰਦਾ ਹੈ, ਠੀਕ ਹੈ। ਹੁਣ ਸਟੈਂਡਰਡ ਜਿਹੜਾ ਸ਼ੁਰੂ ਚ ਸਬਜੈਕਟ ਲੱਗਦਾ ਹੈ ਪੰਜਾਬੀ ਚ, ਠੀਕ ਹੈ, ਤੇ ਦੂਸਰੇ ਨੰਬਰ ਤੇ ਆਪਾਂ ਵਰਬ ਲਗਾ ਦਿੰਦੇ ਆ, ਉਹ ਪੜ੍ਹਾਈ ਕੀਤੇ ਬਿਨਾ ਨਹੀਂ ਰਹਿ ਸਕਦਾ, ਠੀਕ ਹੈ। ਸੈਂਟੈਂਸ ਸਟਰਕਚਰ ਵਿੱਚ ਫਰਕ ਹੁੰਦਾ ਹੈ, ਠੀਕ ਹੈ। ਇਹ ਆਪਾਂ ਗੱਲਾਂ ਕਰਾਂਗੇ, ਸਟਰਕਚਰਸ ਕਰਾਂਗੇ, ਉਹ ਡਿਸਕਸ ਕਰਾਂਗੇ ਸਾਰਾ। ਫਿਲਹਾਲ ਦੇਖੋ ਤੁਸੀਂ, ਦੁੱਧ ਦੀ ਛੱਡੋ, ਉਸਨੇ ਤਾਂ ਪਾਣੀ ਵੀ ਨਹੀਂ ਪੁੱਛਿਆ, ਦੁੱਧ ਦੀ ਤਾਂ ਛੱਡੋ, ਉਸਨੇ ਤਾਂ ਪਾਣੀ ਵੀ ਨਹੀਂ ਪੁੱਛਿਆ। ਜਦੋਂ ਇਸ ਤਰ੍ਹਾਂ ਦਾ ਸੈਂਟੈਂਸ ਆ ਜਾਏ ਬਈ ਇਸ ਦੀ ਗੱਲ ਤਾਂ ਛੱਡੋ, ਠੀਕ ਹੈ, ਉਸ ਨੂੰ ਟ੍ਰਾਂਸਲੇਟ ਕਰਨ ਲਈ ਆਪਾਂ ਕਿਵੇਂ ਲਿਖਾਂਗੇ, ਇਹ ਵਰਡ ਯੂਜ਼ ਕਰਾਂਗੇ not to speak of ਤੱਕ, not to speak of, ਠੀਕ ਹੈ। ਉਸ ਤੋਂ ਬਾਅਦ ਜਿਸ ਚੀਜ਼ ਦੀ ਗੱਲ ਕਰ ਰਹੇ ਆਪਾਂ, ਜਿਵੇਂ ਆਪਾਂ ਉਹਨੇ ਕਿਹਾ ਵੀ ਇੱਥੇ ਦੇਖੋ ਕੀ ਲਿਖਿਆ, ਦੁੱਧ ਦੀ ਛੱਡੋ, ਜਿਸ ਚੀਜ਼ ਦੀ ਗੱਲ ਆਪਾਂ ਛੱਡਣ ਨੂੰ ਕਹਿ ਰਹੇ ਆ ਉਹ ਵਰਡ ਇੱਥੇ ਲਿਖਣਾ ਹੈ। ਉਸ ਤੋਂ ਪਹਿਲਾਂ ਲਿਖਣਾ ਹੈ not to speak of, not to speak of ਮਿਲਕ। ਜੇ ਕਹਿੰਦਾ ਪਾਣੀ ਦੀ ਗੱਲ ਛੱਡੋ, not to speak of water, ਇਸ ਤਰ੍ਹਾਂ ਆਪਾਂ ਲਿਖਾਂਗੇ। ਹੁਣ ਇੱਥੇ ਕਹਿੰਦੇ ਦੁੱਧ ਦੀ ਛੱਡੋ ਤਾਂ ਲਿਖਾਂਗੇ not to speak of milk, ਉਸ ਦੁੱਧ ਦੀ ਤਾਂ ਛੱਡੋ, ਦੁੱਧ ਦੀ ਤਾਂ ਗੱਲ ਹੀ ਨਾ ਕਰੋ, ਦੁੱਧ ਬਾਰੇ ਨਾ ਬੋਲੋ, ਠੀਕ ਹੈ। ਅੱਗੇ ਕੀ ਹੈ ਸੈਂਟੈਂਸ, ਉਸਨੇ ਤਾਂ ਪਾਣੀ ਵੀ ਨਹੀਂ ਪੁੱਛਿਆ, ਪੁੱਛਿਆ ਇਹ ਪਾਸਟ ਇੰਡੈਫਿਨਿਟ ਟੈਂਸ ਹੈ, ਠੀਕ ਹੈ। ਸੋ ਨੈਗੇਟਿਵ ਸੈਂਟੈਂਸ ਹੈ, ਪਾਸਟ ਇੰਡੈਫਿਨਿਟ ਦੇ ਨੈਗੇਟਿਵ ਸੈਂਟੈਂਸਿਸ ਦੇ ਵਿੱਚ did not ਨਾਲ ਵਰਬ ਦੀ ਫਸਟ ਫਾਰਮ लगती है, ठीक है जी। ही, उसने यानी कि कौन है, ही नहीं पूछा, did not ask, did not ask की नहीं पूछा, even for water, पानी तक भी नहीं पूछा, even for water, ठीक है। not to speak of milk, he didn't even ask for water, उसने पानी ਲਈ ਵੀ नहीं पूछा। उम्मीद करता सेंटेंस ਵਧੀਆ ਲੱਗਿਆ ਹੋਵੇਗਾ ਤੇ ਸਮਝ ਵੀ ਆਇਆ ਹੋਊਗਾ, ठीक है। हाँ, ਅੱਗੇ ਤੋਂ ਧਿਆਨ ਰੱਖਣਾ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਕਰਨੀ ਵੀ ਇਸ ਦੀ ਗੱਲ ਤਾਂ ਛੱਡੋ, ठीक है, उस बंदे की गलता छड्डो, नॉट टू स्पीक ऑफ हिम, इतने कुछ भी हो सकता है, जरूरी नहीं जो है भी किसी थिंग का नेम है, किसी वस्तु का नाम है, ठीक है, कोई व्यक्ति भी हो सकता है इससे भी उसकी तो गल ही ना करो तुसी। नॉट टू स्पीक ऑफ नाम भी किसी का इतने आप लिख सकते हैं,
ਬਾਕੀ ਅੱਗੇ ਜੋ ਉਸ ਬਾਰੇ ਕਹਿਣਾ ਜਿਸ ਵੀ ਟੈਂਸ ਵਿੱਚ ਗੱਲ ਕਰਨਾ ਚਾਹੁੰਦੇ ਆਪਾਂ ਕਰ ਸਕਦੇ ਹਾਂ। ਇੱਥੇ ਸੈਂਟੈਂਸ ਪਾਸਟ ਇੰਡੈਫਿਨਿਟ ਦੇ ਵਿੱਚ ਹੈ, ਪਾਸਟ ਇੰਡੈਫਿਨਿਟ ਦੇ ਵਿੱਚ ਆਪਾਂ ਇਸ ਦੀ ਟ੍ਰਾਂਸਲੇਸ਼ਨ ਕਰ ਦਿੱਤੀ। ਅਗਲਾ ਸੈਂਟੈਂਸ ਦੇਖੋ, ਉਹ ਇੰਨਾ ਕਮਜ਼ੋਰ ਹੈ ਕਿ ਤੁਰ ਨਹੀਂ ਸਕਦਾ। ਉਹ ਇੰਨਾ ਕਮਜ਼ੋਰ ਹੈ ਕਿ ਤੁਰ ਨਹੀਂ ਸਕਦਾ। ਟ੍ਰਾਂਸਲੇਸ਼ਨ ਕੀ ਬਣ ਰਹੀ ਹੈ? ਹੀ ਇਜ਼ ਟੂ ਵੀਕ ਟੂ ਵਾਕ। ਹੀ ਇਜ਼ ਟੂ ਵੀਕ ਟੂ ਵਾਕ। ਉਹ ਇੰਨਾ ਕਮਜ਼ੋਰ ਹੈ ਕਿ ਤੁਰ ਨਹੀਂ ਸਕਦਾ। ਹੈਰਾਨੀ ਦੀ ਗੱਲ ਦੇਖੋ, ਇੱਥੇ ਨਹੀਂ ਆਇਆ ਹੋਇਆ ਹੈ, ਪਰ ਇੰਗਲਿਸ਼ ਦੇ ਵਿੱਚ ਕਿਤੇ ਵੀ ਨੋਟ ਨਹੀਂ ਆਇਆ ਸੈਂਟੈਂਸ ਦੇ ਵਿੱਚ, ਜਦਕਿ ਪੰਜਾਬੀ ਦੇ ਵਿੱਚ ਕੀ ਨਹੀਂ ਆਇਆ ਹੋਇਆ, ਪਰ ਇੱਥੇ ਨਹੀਂ ਕਿਤੇ ਵੀ ਜਿਵੇਂ ਨੋਟ ਜਾਂ ਨੈਵਰ ਕੋਈ ਵਰਡ ਯੂਜ਼ ਨਹੀਂ ਹੋਇਆ। ਇਹ ਧਿਆਨ ਰੱਖਣਾ, ਜਦੋਂ ਇਸ ਤਰ੍ਹਾਂ ਦਾ ਸੈਂਟੈਂਸ ਆ ਜਾਵੇ, ਇੰਨਾ ਹੈ ਕਿ, ਠੀਕ ਹੈ, ਉੱਥੇ TOO ਅਤੇ ਟੂ ਇਹ ਦੋਨੋਂ ਪੇਅਰ ਹੈ ਇਹ ਕਪਲ ਹੈ ਕਹਿ ਲਓ, ਪੇਅਰ ਕਹਿ ਲਓ, ਇਹ ਇਕੱਠੇ ਯੂਜ਼ ਹੁੰਦੇ ਨੇ, ਠੀਕ ਹੈ। ਤੇ ਇੱਥੇ ਜੋ ਆਪਾਂ ਵਰਬ ਯੂਜ਼ ਕਰਦੇ ਆ, ਹੀ ਸਬਜੈਕਟ ਹੋ ਗਿਆ, ਇਜ਼ ਟੂ, ਫਿਰ ਜੋ ਪਹਿਲਾ ਜੋ ਉਸ ਦੇ ਵਿੱਚ ਬਾਰੇ ਜੋ ਗੱਲ ਕਹੀ ਗਈ ਹੈ, ਕੀ ਕਿਹਾ ਗਿਆ? ਕਮਜ਼ੋਰ ਹੈ, ਐਡਜੈਕਟਿਵ ਵਿਸ਼ੇਸ਼ਣ ਹੈ। ਹੀ ਇਜ਼ ਟੂ ਵੀਕ, ਉਹ ਇੰਨਾ ਕਮਜ਼ੋਰ ਹੈ, ਟੂ ਵਾਕ। ਟੂ ਤੋਂ ਬਾਅਦ ਇੱਥੇ ਵਰਬ ਦੀ ਫਸਟ ਫਾਰਮ ਯੂਜ਼ ਕਰਨੀ ਹੈ ਫਰੈਂਡਸ, ਇਹ ਧਿਆਨ ਰੱਖਣਾ ਆਪਾਂ ਨੇ। ਇਸ ਤਰ੍ਹਾਂ ਦੇ ਸੈਂਟੈਂਸਿਸ ਬਹੁਤ ਆਉਂਦੇ ਨੇ ਐਗਜ਼ਾਮਸ ਦੇ ਵਿੱਚ। ਅੱਗੇ ਦੇਖੋ ਜੀ, ਜੋ ਸੁਖ ਛੱਜੂ ਦੇ ਚਵਾਰੇ ਉਹ ਬਲਖ ਨਾ ਬੁਖਾਰੇ। ਜੋ ਸੁਖ ਛੱਜੂ ਦੇ ਚਵਾਰੇ ਉਹ ਬਲਖ ਨਾ ਬੁਖਾਰੇ। ਹੁਣ ਜੇਕਰ ਮੈਂ ਸ਼ੁਰੂ ਚ ਕਿਹਾ ਸੀ ਲਿਟਰਲ ਟ੍ਰਾਂਸਲੇਸ਼ਨ ਦੇ ਚੱਕਰ ਜੇਕਰ ਆਪਾਂ ਪੈ ਜਾਵਾਂਗੇ ਤਾਂ ਟ੍ਰਾਂਸਲੇਸ਼ਨ ਕਦੇ ਵੀ ਸਹੀ ਨਹੀਂ ਹੋ ਸਕਦੀ। ਹੁਣ ਦੇਖੋ, ਹੁਣ ਇੱਥੇ ਛੱਜੂ ਦਾ ਚਵਾਰੇ ਦੀ ਕੋਈ ਗੱਲ ਹੀ ਨਹੀਂ ਆਈ। ਦੇਖੋ ਇੰਗਲਿਸ਼ ਦੇ ਵਿੱਚ ਈਸਟ ਔਰ ਵੈਸਟ, ਹੋਮ ਇਜ਼ ਦਾ ਬੈਸਟ। ਇੱਥੇ ਕਿਹਾ ਕੀ ਗਿਆ ਹੈ? ਜੋ ਸੁਖ ਛੱਜੂ ਦੇ ਚਵਾਰੇ ਉਹ ਬਲਖ ਨਾ ਬੁਖਾਰੇ। ਇੱਥੇ ਜੋ ਛੱਜੂ ਦਾ ਚਵਾਰਾ ਹੈ ਉਹ ਇੱਕ ਸਿੰਬਲ ਹੈ, ਪ੍ਰਤੀਕ ਹੈ ਘਰ ਦਾ, ਠੀਕ ਹੈ, ਵੀ ਆਪਣੇ ਘਰ ਵਰਗੀ ਮੌਜ ਕਿਤੇ ਨਹੀਂ ਹੁੰਦੀ। ਇਹ ਦੋ ਸ਼ਹਿਰ ਦੇ ਨਾਮ ਨੇ, ਵੱਡੇ ਸ਼ਹਿਰ ਨੇ ਬਲਖ ਤੇ ਬੁਖਾਰਾ, ਠੀਕ ਹੈ। ਤੇ ਉੱਥੇ ਵੀ ਇਹ ਮੌਜ ਨਹੀਂ ਹੈਗੀ। ਬਲਖ ਅਤੇ ਬੁਖਾਰੇ ਵਰਗੇ ਸ਼ਹਿਰਾਂ ਦੇ ਵਿੱਚ ਵੀ ਉਹ ਮੌਜ ਨਹੀਂ ਹੈ, ਠੀਕ ਹੈ, ਜੋ ਜਿੰਨਾ ਸੁੱਖ ਜੋ ਹੈ ਛੱਜੂ ਦੇ ਚਵਾਰੇ ਵਿੱਚ ਹੈ। ਹੁਣ ਛੱਜੂ ਦੇ ਚਵਾਰੇ ਦਾ ਮਤਲਬ ਇਹ ਮਤਲਬ ਕੀ ਹੈ? ਘਰ ਦੀ ਗੱਲ ਕਰ ਰਹੇ ਹਾਂ, ਵੀ ਆਪਣਾ ਘਰ, ਠੀਕ ਹੈ, ਸਭ ਤੋਂ ਵਧੀਆ ਹੁੰਦਾ ਹੈ। ਇਸ ਘਰ ਵਰਗਾ ਸੁੱਖ ਕਿਤੇ ਵੀ ਆਪਾਂ ਨੂੰ ਮਿਲ ਨਹੀਂ ਸਕਦਾ। ਟ੍ਰਾਂਸਲੇਸ਼ਨ ਕੀ ਹੋਈ? ਈਸਟ ਔਰ ਵੈਸਟ, ਹੋਮ ਇਜ਼ ਦਾ ਬੈਸਟ, ਠੀਕ ਹੈ ਜੀ। ਇਹ ਐਗਜ਼ੈਕਟ ਇਸਦੀ ਟ੍ਰਾਂਸਲੇਸ਼ਨ ਬਣਦੀ ਹੈ। ਤੇ ਇੱਧਰ ਜੇਕਰ ਆਪਾਂ ਲਿਖਣ ਲੱਗੇ ਨਾ ਛੱਜੂ ਦੇ ਚਵਾਰੇ ਬਲਖ ਬੁਖਾਰੇ, ਤਾਂ ਟ੍ਰਾਂਸਲੇਸ਼ਨ ਗਲਤ ਹੋ ਜਾਏਗੀ। ਓਕੇ, ਇਸ ਤਰ੍ਹਾਂ ਦੇ ਬਹੁਤ ਸਾਰੇ ਸੈਂਟੈਂਸਿਸ ਆ ਜਾਂਦੇ ਨੇ ਐਗਜ਼ਾਮ ਦੇ ਵਿੱਚ, ਠੀਕ ਹੈ। ਜਿਵੇਂ ਆਪਾਂ ਕਹਿੰਦੇ ਵੀ ਭੁੱਖ 'ਚ ਛੋਲੇ ਬਦਾਮ, ਭੁੱਖ ਵਿੱਚ ਛੋਲੇ ਬਦਾਮ, ਠੀਕ ਹੈ। ਇੰਗਲਿਸ਼ ਕੀ ਹੋਏਗੀ? ਹੰਗਰ ਇਜ਼ ਦਾ ਬੈਸਟ ਸੌਸ। ਹੰਗਰ ਇਜ਼ ਦਾ ਬੈਸਟ ਸੌਸ, ਇਹ ਇਸ ਦੀ ਇੰਗਲਿਸ਼ ਬਣਦੀ ਹੈ, ਟ੍ਰਾਂਸਲੇਸ਼ਨ ਬਣਦੀ ਹੈ, ਠੀਕ ਹੈ। ਤਾਂ ਜੇਕਰ ਆਪਾਂ ਵੀ ਛੋਲੇ ਦੀ ਅੰਗਰੇਜ਼ੀ ਲਿਖਾਂਗੇ, ਬਦਾਮ ਦੀ ਅੰਗਰੇਜ਼ੀ ਲਿਖਣ ਲੱਗੇ, ਟ੍ਰਾਂਸਲੇਸ਼ਨ ਗਲਤ ਹੋ ਜਾਏਗੀ। ਆਪਾਂ ਨੇ ਕੋਸ਼ਿਸ਼ ਕਰਨੀ ਹੈ ਫਰੈਂਡਸ, ਦੋਸਤੋ, ਮਿੱਤਰੋ, ਭਰਾਵੋ, ਕਿ ਸੈਂਟੈਂਸ ਦੀ ਸੈਂਸ ਨੂੰ ਸਮਝਣਾ ਹੈ ਕਿ ਕਿਹਾ ਕੀ ਗਿਆ ਹੈ, ਉਸ ਸੈਂਸ ਨੂੰ ਟ੍ਰਾਂਸਲੇਟ ਕਰਨਾ ਆਪਾਂ ਨੇ, ਨਾ ਕਿ ਸ਼ਬਦਾਂ ਨੂੰ। ਹਾਲਾਂਕਿ ਸ਼ਬਦਾਂ ਦੇਖੋ ਵਰਡਸ ਦੀ ਵੈਲਿਊ ਹੈ, ਠੀਕ ਹੈ। ਮੈਂ ਇਹ ਨਹੀਂ ਕਹਿੰਦਾ ਵੀ ਬਿਨਾਂ ਵਰਡਸ ਤੋਂ ਕੋਈ ਸੈਂਟੈਂਸ ਬਣ ਜਾਏਗਾ, ਵਰਡਸ ਦੀ ਵੈਲਿਊ ਹੈ, ਪਰ ਹਰੇਕ ਸੈਂਟੈਂਸ ਦੇ ਵਿੱਚ ਐ ਨਹੀਂ ਹੋ ਸਕਦਾ ਕਿ ਜਿਵੇਂ ਦੇ ਵਰਡ ਆਏ ਐਜ਼ ਇਟ ਇਜ਼ ਲਿਖ ਦੋ ਉਸਨੂੰ, ਠੀਕ ਹੈ। ਐਜ਼ ਇਟ ਇਜ਼ ਆਪਾਂ ਨਹੀਂ ਲਿਖ ਸਕਦੇ, ਠੀਕ ਹੈ ਜੀ। ਹੁਣ ਦੇਖੋ, ਇਸ ਨਾਲ ਕੰਮ ਹੋ ਜਾਏਗਾ, ਇਸ ਨਾਲ ਕੰਮ ਹੋ ਜਾਏਗਾ। ਫਿਊਚਰ ਡੈਫੀਨਿਟ ਟੈਂਸ ਹੈ, ਸ਼ੈਲ ਵਿਲ ਵਰਬ ਦੀ ਫਸਟ ਫਾਰਮ ਲੱਗਦੀ ਹੈ, ਠੀਕ ਹੈ। ਇਟ ਵਿਲ ਕਲਿੱਕ, ਇਹ ਕਰ ਦੇਗਾ, ਇਸ ਨਾਲ ਹੋ ਜਾਏਗਾ ਕੰਮ। ਸਿੰਪਲ ਹੈ, ਕੋਈ ਜ਼ਿਆਦਾ ਮੁਸ਼ਕਿਲ ਸੈਂਟੈਂਸ ਨਹੀਂ ਸੀ, ਠੀਕ ਹੈ। ਇਟ ਵਿਲ ਡੂ ਵੀ ਹੋ ਸਕਦਾ, ਇਟ ਵਿਲ ਡੂ, ਔਰ ਇਟ ਵਿਲ ਕਲਿੱਕ, ਇਟ ਵਿਲ ਕਲਿੱਕ। ਇਹ ਵਿਲ ਨਾਲ ਵਰਬ ਦੀ ਫਸਟ ਫਾਰਮ ਲੱਗੀ, ਇਟ ਸਬਜੈਕਟ ਹੈ, ਹੈਲਪਿੰਗ ਵਰਬ ਦੀ ਫਸਟ ਫਾਰਮ, ਠੀਕ ਹੈ। ਇਹ ਹੈਲਪਿੰਗ ਵਰਬ ਹੈ, ਇਹ ਵਰਬ ਦੀ ਫਸਟ ਫਾਰਮ ਹੈ ਜੀ, ਇਹ ਸਬਜੈਕਟ ਹੋ ਗਿਆ ਜੀ, ਇਹ ਸਟਰਕਚਰ ਬਣ ਗਿਆ ਜੀ, ਸਬਜੈਕਟ, ਹੈਲਪਿੰਗ ਵਰਬ ਤੇ ਆਪਣਾ ਹੋ ਗਿਆ ਵਰਬ ਦੀ ਫਸਟ ਫਾਰਮ, ਠੀਕ ਹੈ ਜੀ। ਓਕੇ, ਹੁਣ ਇਹ ਸੈਂਟੈਂਸ ਦੇਖੋ, ਮੇਰਾ ਸਿਰ ਚਕਰਾ ਰਿਹਾ ਹੈ, ਮੇਰਾ ਸਿਰ ਚਕਰਾ ਰਿਹਾ ਹੈ। ਇੱਕ ਵਾਰ ਕਿਸੇ ਐਗਜ਼ਾਮ ਦੇ ਵਿੱਚ ਆ ਗਿਆ ਸੀ ਇਹ, ਠੀਕ ਹੈ, ਸਕੂਲ ਲੈਵਲ ਦੀ ਗੱਲ ਹੈ। ਇਹ ਸੈਂਟੈਂਸ ਆ ਗਿਆ ਪੇਪਰ ਦੇ ਵਿੱਚ, ਮੇਰਾ ਸਿਰ ਚਕਰਾ ਰਿਹਾ ਹੈ ਜਾਂ ਚੱਕਰ ਖਾ ਰਿਹਾ ਹੈ, ਠੀਕ ਹੈ। ਬੱਚੇ ਨੇ ਲਿਖਤਾ, ਟ੍ਰਾਂਸਲੇਸ਼ਨ ਕਰਤੀ, ਮਾਈ ਹੈਡ ਇਜ਼ ਈਟਿੰਗ ਸਰਕਲਸ। ਲਿਟਰਲ ਟ੍ਰਾਂਸਲੇਸ਼ਨ ਹੋ ਗਈ ਜੀ, ਮੇਰਾ ਸਿਰ ਚੱਕਰ ਖਾ ਰਿਹਾ ਹੈ। ਹੁਣ ਸਰਕਲਸ ਜਿਹੜੇ ਕੋਈ ਖਾਣ ਦੀ ਚੀਜ਼ ਥੋੜੀ ਨਾ ਹੈ, ਸੈਂਸ ਕੀ ਹੈ ਵੀ ਐਵੇਂ ਲੱਗ ਰਿਹਾ ਮੈਨੂੰ ਜਿਵੇਂ ਮੇਰਾ ਸਿਰ ਘੁੰਮ ਰਿਹਾ ਹੈ, ਠੀਕ ਹੈ, ਸੈਂਸ ਇਹ ਹੈ। ਇਸ ਦੀ ਇੰਗਲਿਸ਼ ਕੀ ਹੁੰਦਾ? ਟੂ ਫੀਲ ਗਿਡੀ, ਟੂ ਫੀਲ ਗਿਡੀ। तो ट्रांसलेशन होगी आई एम फीलिंग गिडी, मेरा सिर चकरा रहा है, यानी कि मैनू एवें लग रहा है जिवें भी घूम रहा हो, सारा बस घूम रहा मेरा सिर। चक्कर खाण की कोई इस गल नहीं सी। इस करके मैं कहा सी शुरू च
कि ट्रांसलेशन ਆਪਾਂ ਨੇ टारगेट लैंग्वेज ਦੇ ਵਿੱਚ ਕਰਨੀ ਹੈ। किस चीज़ की करनी है? सेंस दी। सेंस ਨੂੰ समझना है, सेंस ਨੂੰ ट्रांसलेट करना है। उस वास्ते वर्ड्स ਦੀ ਆਪਾਂ ने चोण करनी ਹੁੰਦੀ है ਕਿਹੜੇ वर्ड्स ਨੂੰ ਆਪਾਂ यूज करिए। ਅੱਗੇ देखो ये इंग्लिश है जी, कुछ भी हो सकता है। ਇੱਥੇ ਤੁਹਾਡੇ ਪੈਰਾਂ ਚੋਂ ਬਦਬੂ ਆ ਰਹੀ ਹੈ, ਤੁਹਾਡੇ ਪੈਰਾਂ ਵਿੱਚੋਂ ਬਦਬੂ ਆ ਰਹੀ ਹੈ, ਬਦਬੂ ਆ ਰਹੀ ਹੈ। your feet are smelling, your feet are smelling। फ्यूचर सॉरी अपना ये प्रेजेंट कंटिन्यूअस टेंस है जी, प्रेजेंट कंटिन्यूअस आ रही है, रहा है, रही है, रहे ਹਨ, ਇਹ ਹੁੰਦਾ ਹੈ प्रेजेंट कंटिन्यूअस टेंस। ਇਸ ਦੇ ਵਿੱਚ ਹੈਲਪਿੰਗ ਵਰਬਸ ਤਿੰਨ ਨੇ, is, am, are। ਮੇਨ ਵਰਬ ਹੈ प्रेजेंट पार्टिसिपल। प्रेजेंट पार्टिसिपल ਦਾ ਮਤਲਬ ਹੈ verb ਦੀ ਫਸਟ ਫॉर्म ਪਲੱਸ ing। ਠੀਕ ਹੈ ਜੀ। ਸੋ your feet are smelling। ਹੁਣ ਦੇਖੋ ਵੈਸੇ ਪੈਰਾਂ ਦਾ ਕੰਮ ਰਨਿੰਗ ਦਾ ਹੁੰਦਾ ਹੈ। देख लो ट्रांसलेशन, पैरों का काम वैसे की है रनिंग का है, वॉकिंग का है, स्मेलिंग का है। नॉर्मली जेकर आप गल करिए है ना, पैरों का काम तो जो है रनिंग का है, पर आप कह रहे हैं स्मेलिंग। अगला सेंटेंस देखो, तुहाडा नक वग रहा है, तुहाडा नक वग रहा है। टेंस वही है अपना प्रेजेंट कंटिन्यूअस, इज, एम, आर ते आईएनजी फॉर्म। देखो योर नोज इज रनिंग, your nose is running। ਹੁਣ ਦੇਖੋ ਹਾਲਾਂਕਿ ਦੌੜਨ ਦਾ ਕੰਮ ਪੈਰਾਂ ਦਾ ਹੈ, ਠੀਕ ਹੈ, ਪੈਰਾਂ ਨੂੰ ਆਪਾਂ ਕਰਿਆ ਸਮੈਲਿੰਗ ਤੇ ਨੱਕ ਦਾ ਕੰਮ ਜਿਹੜਾ ਨੋਜ਼ ਦਾ ਕੰਮ ਸਮੈਲਿੰਗ ਇਹਨੂੰ ਕਰਿਆ ਪਰ ਰਨਿੰਗ ਹੈ ਨਾ। ਸੋ ਇਹ ਜਿਹੜਾ ਸੈਂਸ ਆਪਾਂ ਨੇ ਦੇਖਣੀ ਹੁੰਦੀ ਹੈ ਵੀ ਕਿਸ ਸੈਂਸ ਕੀ ਆ ਰਹੀ ਹੈ, ਉਸੇ ਨੂੰ ਟ੍ਰਾਂਸਲੇਟ ਕਰਨਾ ਹੁੰਦਾ ਹੈ। ਠੀਕ ਹੈ ਜੀ। ਹੁਣ ਅਗਲਾ ਸੈਂਟੈਂਸ ਦੇਖੋ ਜੀ, ਚਾਹ ਪੀਤੀ ਜਾਂਦੀ ਹੈ, ਚਾਹ ਪੀਤੀ ਜਾਂਦੀ ਹੈ, ਜਾਂਦੀ ਹੈ, ਦੀ ਹੈ ਆ ਗਿਆ ਜੀ। ठीक है, दा है, दी है, दे हन, प्रेजेंट इंडेफिनिट टेंस हो गया। इस दे विच आपां जो है वर्ब दी फर्स्ट फॉर्म प्लस एस ई एस आई ई एस, ठीक है, पॉजिटिव सेंटेंसेस दे विच यूज करते हैं। एंड इन नेगेटिव सेंटेंसेस देयर आर टू हेल्पिंग वर्ब्स, डू एंड डज प्लस नॉट प्लस फर्स्ट फॉर्म ऑफ वर्ब, ये आपां यूज करते हैं। ठीक है जी। पर इत्थे देखो चाह पीती जाती है, इत्थे वर्ब दी सेंटेंस पॉजिटिव है, सेंटेंस पॉजिटिव है। पॉजिटिव का मैं की रूल दसिया हुणे अपन डिस्कस किया। पॉजिटिव का रूल की है जी, पॉजिटिव सेंटेंस इज प्रेजेंट इंडेफिनिट, वर्ब दी फर्स्ट फॉर्म है, फर्स्ट फॉर्म नाल एस ई एस आई ई एस लग्या होना चाहिए है जेकर सेंटेंस पॉजिटिव है। ठीक है, इन्ने गल है। नेगेटिव है तो डू डज नाल वर्ब दी फर्स्ट फॉर्म लगती है, पर सेंटेंस पॉजिटिव है इस करके ये रूल फॉलो करना सी, वर्ब दी फर्स्ट फॉर्म दे विच एस ई एस लगना सी जां ओनली फर्स्ट फॉर्म आनी सी। ठीक है, पर इत्थे की हो गया, एस ई एस तो आया ही नहीं ते वर्ब दी थर्ड फॉर्म आ गई, इजामार आ गया। इजामार तो इतने दसे नहीं है, ਜਿਹੜਾ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਹੈ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਪੋਜ਼ਿਟਿਵ ਸੈਂਟੈਂਸਿਸ ਦੇ ਵਿੱਚ ਵਰਬ ਦੀ ਫਸਟ ਫਾਰਮ ਜਾਂ ਫਸਟ ਫਾਰਮ ਦੇ ਨਾਲ ਐਸ ਈ ਐਸ ਆਈ ਈ ਐਸ ਲੱਗ ਸਕਦਾ ਹੈ ਪੋਜ਼ਿਟਿਵ ਦੇ ਵਿੱਚ, ਇਸ ਤੋਂ ਬਾਅਦ ਕੁਝ ਨਹੀਂ ਹੈਗਾ। ਠੀਕ ਹੈ, ਪਰ ਇੱਥੇ ਕੀ ਹੋ ਗਿਆ, ਇੱਥੇ ਦਾ ਨਾ ਤਾਂ ਫਸਟ ਫਾਰਮ ਆਈ ਤੇ ਪਲੱਸ ਇਜ ਵੀ ਆ ਗਿਆ, ਇਜਾ ਮਾਰ ਦੀ ਕੋਈ ਗੱਲ ਨਹੀਂ ਹੈਗੀ। ਇਹ ਕਿਉਂ ਹੋਇਆ, ਇਸ ਨੂੰ ਸਮਝੋ। ਸੈਂਟੈਂਸ ਨੂੰ ਦੇਖੋ, ਚਾਹ ਪੀਤੀ ਜਾਂਦੀ ਹੈਗਾ ਪ੍ਰੈਜ਼ੈਂਟ ਇੰਡੈਫੀਨਿਟ ਹੀ ਇਹ, बट डियर फ्रेंड्स ये सेंटेंस जो है पैसिव है, पैसिव वॉइस ਦੇ ਵਿੱਚ ਹੈ, ਇਹ ਐਕਟਿਵ ਨਹੀਂ ਹੈਗਾ प्रेजेंट इंडेफिनिट ही है। सो ਇੱਥੇ प्रेजेंट इंडेफिनिट ਦਾ ਜੋ पैसिव वॉइस ਦਾ रूल है ਉਹ ਇੱਥੇ ਅਪਲਾਈ ਹੋਇਆ ਹੈ। ठीक है, पैसिव ਦੇ ਵਿੱਚ ਉੱਥੇ ਕੀ ਲੱਗਦਾ ਹੈ, इज एम आर प्लस थर्ड फॉर्म ऑफ वर्ब लगती है। ठीक है, इस करके ਇੱਥੇ ਆਪਾਂ ਇਸ ਦੀ ट्रांसलेशन बनी टी सिंगुलर है, इज लग गया, वर्ब ਦੀ थर्ड फॉर्म लग गई जी। ठीक है, इसमें पैसिव का रूल है, इज एम आर थर्ड फॉर्म, सेंटेंस पैसिव है, इस करके इस इत्थे आपां ने जो है ये रूल फॉलो नहीं किया, ये ध्यान रखना जी आपां ने। ठीक है जी। नेक्स्ट सेंटेंस देखो, स्याही नाल लिखो, स्याही नाल लिखो, सीधा जो है इंपेरेटिव सेंटेंस है, वर्ब दी फर्स्ट फॉर्म शुरू हो गया, राइट इन इंक। इत्थे आम तौर पे बच्चे जो है गड़बड़ कर देंगे ने, इत्थे लिख सकते हैं बच्चे इन दी थां ते विद। ठीक है, राइट विद इंक, ये ध्यान रखना। इत्थे जो है हमेशा ही इंक नाल जो है इन प्रेपोजिशन लगती है, राइट इन इंक। इवन के पेंसिल नाल भी जेकर आप कहना भी पेंसिल नाल लिखता है, पेंसिल नाल लिखो, राइट इन पेंसिल विल बी करेक्ट, राइट विद पेंसिल जेकर आप लिखते हैं तो सेंटेंस रॉन्ग है। ठीक है, ये दिमाग में रखने वाली गल है। आगे देखो जी, ये सड़क पटियाला जाती है, प्रेजेंट इंडेफिनिट हो गया जी टेंस, नो डाउट। दा है, दी है, देहन आ गया, प्रेजेंट इंडेफिनिट है, सेंटेंस की है, एक्टिव है। देखो ठीक है,
पॉजिटिव है, एक्टिव है, प्रेजेंट इंडेफिनिट टेंस है। वर्ब की फर्स्ट फॉर्म प्लस एस लगना है, ठीक है, जहां फर्स्ट फॉर्म कर ली जा सकती है। ये सड़क यानी कि दिस रोड, ठीक है, जाता है कितने जी, हम इतने गोज नहीं लिखा पर, क्योंकि गोज का ये जा रहा जाता है गोज, ठीक है। सड़क तो उत्थे ही है ना, सड़क तो कितने जाती, सड़क उत्थे ही पई है, आप कह देंगे भी सड़क जाती है, सड़क कितने नहीं जाती। सड़क की करती है, एक प्लेस नू दूसरे प्लेस नाल जोड़ती है, उन्होंने लीड करती है, ठीक है। ਆਪਾਂ ਨੂੰ ਲੀਡ ਕਰੇਗੀ, ਆਪਾਂ ਉੱਥੇ ਤੱਕ ਲੈ ਕੇ ਜਾਏਗੀ ਉਹ, ਠੀਕ ਹੈ। ਸੋ ਇਹ ਧਿਆਨ ਰੱਖਣਾ ਜਦੋਂ ਇਸ ਤਰ੍ਹਾਂ ਦਾ ਸੈਂਟੈਂਸ ਆਉਂਦਾ ਹੈ, ਉੱਥੇ ਆਪਾਂ goes ਦੀ ਬਜਾਏ leads ਲਿਖਾਂਗੇ, leads, this road leads to ਪਟਿਆਲਾ। ਸੋ ਇਹ ਸੀ ਮੁੱਖ ਗੱਲਾਂ, ਠੀਕ ਹੈ। ਮੈਂ ਗੱਲ ਤੁਹਾਨੂੰ ਦੱਸੀ ਸੀ ਵੀ ਦੇਖੋ ਟ੍ਰਾਂਸਲੇਸ਼ਨ ਦੇ ਵਿੱਚ ਹਮੇਸ਼ਾ ਜੋ ਹੈ ਸੈਂਸ ਨੂੰ ਟ੍ਰਾਂਸਲੇਟ ਕਰਨਾ ਹੈ, ਧਿਆਨ ਰੱਖਣਾ ਆਪਾਂ ਨੇ, ਤੇ ਕਿਉਂਕਿ ਲਿਟਰਲ ਟ੍ਰਾਂਸਲੇਸ਼ਨ ਪੋਸੀਬਲ ਨਹੀਂ ਹੁੰਦੀ, ਉਸ ਦੇ ਵਿੱਚ ਜੋ ਹੈ ਗੜਬੜ ਹੋ ਜਾਂਦੀ ਹੈ ਜੀ, ठीक है। जिवें मान लो कहते मैं उसने खाना खादा, उसने भोजन खादा या कीता, ठीक है। इंग्लिश बनेगी जी ही टुक फूड। हुण देखो कीता या खादा ला लो, ये पंजाबी जो है तीजे नंबर पर लिखा हुआ है, ठीक है, पर इंग्लिश जो दूजे नंबर पर आ गई, भोजन इतने दूजे नंबर पे लिखा है। इसका इस वास्ते जो सबस्टिट्यूट मीनिंग है इंग्लिश के फूड, वो अपने तीजे नंबर पे लिखता, उरे दूजे नंबर पे है, इतने तीजे नंबर पे आ गया, इतने तीजे नंबर पे है, उरे दूजे नंबर पे आ गया, सब्जेक्ट पहले नंबर पे है, ठीक है। जेकर आप इसको लिख देंगे ही फूड टुक, कुछ सेंटेंस थोड़ी ना बनेगा। सो इस तरह स्ट्रक्चर दे विच फर्क है। पंजाबी च की है, पहला सब्जेक्ट है, फिर ऑब्जेक्ट है, कर्म है, बाद विच वर्ब है, सब्जेक्ट ऑब्जेक्ट फिर वर्ब है। इत्थे की है, सब्जेक्ट है, दूजे नंबर पे वर्ब है, तीजे नंबर पे ऑब्जेक्ट आ गया, ठीक है। ये जो है स्ट्रक्चर दे विच फर्क हुंदा, हरेक लैंग्वेज का अपना अपना स्ट्रक्चर हुंदा है, अपनी अपनी ग्रामर हुंदी है, पर घबराउण की कोई जरूरत नहीं है, आपां सारा कुछ कवर करांगे। उम्मीद कर रहे हैं अज का लैक्चर, अज का जो डिस्कशन है अपनी, ठीक है, वो तुहानूं वधिया लगी होएगी। वीडियो को लाइक करना, शेयर करना, तो पंजाब पुलिस की जिन्ने भी बच्चे तैयारी कर रहे हैं, ठीक है, सारे तक जरूर ये वीडियो पहुँच जाए। तो कल तो जो है अपने चैनल गेटवे टू इंग्लिश से जो है अज ही जो है प्लेलिस्ट बन जाएगी ट्रांसलेशन के नाम से, ठीक है जी। उत्तों तुसीं ये सारा मैटर जो है वधिया तरीके नाल कवर कर सकते हो। सो मिलते हैं नैक्सट वीडियो के, हुण मैनूं तुसीं दिओ इजाजत। थैंक यू वेरी मच, बाय बाय।